खेती ऑर्ਡੀਨੈਂਸ ਨੂੰ ਲੈ ਕੇ ਜਿੱਥੇ ਕਿਸਾਨ ਧਰਨੇ ਦੇ ਰਹੇ ਸੀ ਤਾਂ ਉੱਥੇ ਹੀ ਅਕਾਲੀ ਦਲ ਨੇ ਇੱਕ ਵੱਡਾ ਸਟੈਂਡ ਲਿੱਤਾ ਹੋਇਆ ਔਰ ਅਕਾਲੀ ਦਲ ਵੱਲੋਂ ਅਸਤੀਫਾ ਜਿਹੜਾ ਵਾ ਉਹ ਸਰਕਾਰ ਤੋਂ ਦੇ ਦਿੱਤਾ ਗਿਆ। ਹਰਸਿਮਰਤ ਕੌਰ ਬਾਦਲ ਹੋਰਾਂ ਨੇ ਅਸਤੀਫਾ ਦਿੱਤਾ ਔਰ ਇਸ ਵੇਲੇ ਨਿਊਜ਼ 18 ਤੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ, ਪ੍ਰਧਾਨ ਸਾਹਿਬ ਅਸਤੀਫਾ ਦੇਣ ਦੀ ਨੌਬਤ ਕਿਉਂ ਆਈ? ਕਿਉਂਕਿ ਸਵਾਲ ਇਸ ਕਰਕੇ ਵੀ ਪੁੱਛੇ ਜਾ ਰਹੇ ਨੇ ਕਿ ਪਹਿਲਾਂ ਅਕਾਲੀ ਦਲ ਸ਼ਲਾਘਾ ਕਰ ਰਹੀ ਸੀ, ਕਿਹਾ ਜਾ ਰਿਹਾ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਏਗੀ, ਕਿਸਾਨਾਂ ਨੂੰ ਫਾਇਦਾ ਹੋਏਗਾ। ਸ਼ੁਰੂ ਤੋਂ ਹੀ ਸਾਡਾ ਇੱਕ ਕਲੀਅਰ ਸਟੈਂਡ ਸੀ। ਤੁਸੀਂ ਦੇਖਿਆ ਹੋਣਾ ਕਿ ਮੈਂ ਕੱਲ ਪਾਰਲੀਮੈਂਟ 'ਚ ਵੀ ਕਿਹਾ ਸੀ, ਸਦਨ 'ਚ ਜੋ ਕਹੀਦਾ ਹੁੰਦਾ ਉਹ ਝੂਠ ਨਹੀਂ ਬੋਲ ਸਕਦੇ। ਮੈਂ ਸਦਨ 'ਚ ਕਿਹਾ ਸੀ, ਸਾਰੇ ਦੇਸ਼ ਸਾਹਮਣੇ ਕਿਹਾ ਸੀ ਕਿ ਸਾਨੂੰ ਬਗੈਰ ਪੁੱਛੇ ਆਰਡੀਨੈਂਸ ਲਿਆਂਦੇ ਗਏ। ਅਸੀਂ ਸ਼੍ਰੋਮਣੀ ਅਕਾਲੀ ਦਲ ਇੱਕ ਕਿਸਾਨਾਂ ਦੀ ਜਥੇਬੰਦੀ ਹੈ ਤੇ ਸਾਰੇ ਲੀਡਰ ਨੇ ਪੂਰੀ ਜ਼ਿੰਦਗੀ ਕੁਰਬਾਨੀਆਂ ਹੀ ਕਿਸਾਨੀ ਵਾਸਤੇ ਦਿੱਤੀਆਂ। ਅਗਰ ਜਿਹੜੇ ਦੇਸ਼ ਵਿੱਚ ਜੇ ਕੋਈ ਕਿਸਾਨ ਲੀਡਰ ਦਾ ਨਾਂ ਲਿੱਤਾ ਜਾਂਦਾ ਹੈ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਲਿੱਤਾ ਜਾਂਦਾ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀ ਜ਼ਿੰਦਗੀ ਕਿਸਾਨਾਂ ਦੀ ਲੜਾਈ ਲੜੀ ਤੇ 16 ਸਾਲ ਜੇਲ੍ਹਾਂ ਕੱਟੀਆਂ ਕਿਸਾਨੀ ਵਾਸਤੇ, ਉਹਨਾਂ ਦੇ ਹੱਕਾਂ ਵਾਸਤੇ। ਸੋ ਅਸੀਂ ਜਦੋਂ ਅਸੀਂ ਕਿਹਾ ਸੀ ਕਿ ਜੇ ਤੁਸੀਂ ਆਰਡੀਨੈਂਸ ਲੈ ਕੇ ਆਉਣਾ ਸੀ, ਘੱਟ ਤੋਂ ਘੱਟ ਸਾਡੇ ਨਾਲ ਗੱਲ ਕਰ ਲੈਂਦੇ, ਸਾਨੂੰ ਦਿਖਾ ਦਿੰਦੇ, ਕਿਉਂਕਿ ਅਸੀਂ ਕਿਸਾਨਾਂ ਹੀ ਜਾਣਦੇ ਹਾਂ, ਕਿਸਾਨਾਂ ਦੀ ਮੁਸ਼ਕਲਾਂ ਜਾਣਦੇ ਹਾਂ, ਕਿਸਾਨਾਂ ਦੀ ਲੋੜ ਸਮਝਦੇ ਹਾਂ। ਪਰ ਜਦੋਂ ਕੈਬਨਿਟ 'ਚ ਲੈ ਕੇ ਆਏ, ਸਾਨੂੰ ਪਤਾ ਨਹੀਂ ਸੀ, ਟੇਬਲ ਆਈਟਮ ਲੈ ਕੇ ਆਏ, ਸਾਡੇ ਮੰਤਰੀ ਨੇ ਉਸੇ ਟਾਈਮ ਕਿਹਾ ਕਿ ਆ ਕਿਸਾਨਾਂ ਦਾ ਆਰਡੀਨੈਂਸ ਲੈ ਕੇ ਆ ਰਹੇ ਹੋ, ਘੱਟ ਤੋਂ ਘੱਟ ਸਾਨੂੰ ਸਮਾਂ ਦਿੱਤਾ ਜਾਏ, ਇਹਦੇ 'ਤੇ ਵਿਚਾਰ ਸੁਣਦੇ ਲੋਕਾਂ ਦੇ, ਕਿਸਾਨਾਂ ਦੇ, ਤੇ ਫਿਰ ਤੁਸੀਂ ਇਹਨੂੰ ਕੈਬਨਿਟ 'ਚ ਪਾਸ ਕਰੋ। ਪਰ ਉਹਨਾਂ ਨੇ ਕੈਬਨਿਟ 'ਚ ਪਾਸ ਕਰ ਦਿੱਤਾ, ਕਿਹਾ ਕਿ ਹਲੇ ਤਾਂ 2 ਮਹੀਨੇ ਹੈਗੇ ਐਕਟ ਬਣਦੇ, ਜੋ ਵਿਊਜ਼ ਹੈਗੇ ਕਿਸਾਨਾਂ ਦੀ ਉਹ ਤੁਸੀਂ ਦੱਸ ਦਿਓ। ਤੁਸੀਂ ਦੇਖਿਆ ਹੋਣਾ ਪਿਛਲੇ 2 ਮਹੀਨੇ ਅਸੀਂ ਲਗਾਤਾਰ ਜੋ ਕਿਸਾਨਾਂ ਦੀ ਗੱਲ ਸੀ, ਜੋ ਕਿਸਾਨਾਂ ਦੀ ਸ਼ੰਕਾएं ਸੀ, ਅਸੀਂ ਸੈਂਟਰ ਕੋਲ ਲੈ ਕੇ ਆਏ ਤੇ ਸੈਂਟਰ ਜੋ ਕਹਿੰਦਾ ਸੀ, ਜੇ ਕਿਸਾਨ ਕਹਿੰਦੇ ਸਾਨੂੰ MSP ਦੀ ਇੰਸ਼ੋਰੈਂਸ ਚਾਹੀਦੀ ਹੈ ਤੇ ਅਸੀਂ ਉਹਨਾਂ ਕੋਲ ਗਏ, ਤੋਮਰ ਸਾਹਿਬ ਕੋਲ ਗਏ, ਤੋਮਰ ਸਾਹਿਬ ਨੇ ਕਿਹਾ ਮੈਂ ਲਿਖ ਕੇ ਦੇ ਦਿੰਦਾ। ਪਰ ਕਿਸਾਨ ਦੇ ਮਨ 'ਚ ਸ਼ੰਕਾ ਸੀ ਕਿ ਲਿਖਤ ਨਾਲ ਨਹੀਂ, ਇਹਦੇ 'ਚ ਐਕਟ 'ਚ ਪਾਉਣਾ ਪੈਣਾ। ਆ ਜਿਹੜੀ ਐਕਟ ਵਿੱਚ ਮਲਟੀਨੈਸ਼ਨਲ ਕਾਰਪੋਰੇਸ਼ਨ ਨੂੰ ਜਿਹੜੀ ਮੰਡੀ ਖੋਲ੍ਹਣ ਦਾ ਜਿਹੜਾ ਰਾਈਟ ਹੈ ਉਹ ਜਿਹੜਾ ਹੈਗਾ ਉਹਦੇ ਵਿੱਚ ਟੈਕਸ ਫ੍ਰੀ ਕਰ ਦਿੱਤਾ ਹੈ। ਉਹਦੇ ਨਾਲ ਕੀ ਹੋਣਾ, ਮੰਡੀ ਸਿਸਟਮ ਕਲੈਪਸ ਹੋ ਜੋ ਆ 5-7 ਸ਼ੰਕਾएं ਸੀ। ਅਸੀਂ ਲਗਾਤਾਰ 2 ਮਹੀਨੇ ਪੰਜਾਬ ਦੀ ਕਿਸਾਨੀ ਦੀ ਆਵਾਜ਼ ਲੈ ਕੇ ਜਾਂਦੇ ਰਹੇ ਤੇ ਜਿਵੇਂ ਉਹ ਕਹਿੰਦੇ ਸੀ ਉਵੇਂ ਅਸੀਂ ਆ ਕੇ ਦੱਸਦੇ ਸੀ। ਸੋ ਅਸੀਂ ਚਾਹੁੰਦੇ ਸੀ ਕਿ ਇਹਦੇ 'ਚ ਕੋਈ ਹੱਲ ਨਿਕਲਣਾ ਜਾਏ ਜਿਹਦੇ ਨਾਲ ਪੰਜਾਬ, ਕਿਉਂਕਿ ਐਕਟ ਬਣ ਰਿਹਾ, ਇਹੋ ਜਿਹੀ ਗੱਲ ਹੋਏ ਜਿਹਦਾ ਪੰਜਾਬ ਤੇ ਦੇਸ਼ ਦੇ ਕਿਸਾਨਾਂ ਦਾ ਫਾਇਦਾ ਹੋਏ। ਤੇ ਮੈਨੂੰ ਲੱਗਦਾ ਸਾਡੀ ਇਕੱਲੀ ਪਾਰਟੀ ਹੈ ਪੰਜਾਬ ਦੀ ਜਿਹਨੇ ਹਰ ਕਿਸਾਨ ਜਥੇਬੰਦੀ ਜਿਹੜੀ ਅੱਜ ਧਰਨੇ 'ਚ, ਸਾਰਿਆਂ ਨਾਲ ਮੈਂ ਮੁਲਾਕਾਤ ਕੀਤੀ ਹੈ, ਸਾਰਿਆਂ ਦੀ। ਮੈਂ ਉਹਨਾਂ ਨੂੰ ਸਾਰਿਆਂ ਨੂੰ ਪੁੱਛ ਸਕਦੇ ਹੋ ਤੁਸੀਂ, ਮੈਂ ਪੁੱਛਿਆ ਤੁਹਾਨੂੰ ਕਿਸ ਚੀਜ਼ ਦੀ, ਕੀ ਤੁਹਾਨੂੰ ਸ਼ੰਕਾ ਹੈ? ਤੁਹਾਨੂੰ ਕੀ ਲੱਗਦਾ, ਅਕਾਲੀ ਦਲ ਨੂੰ ਕੀ ਲੱਗਦਾ, ਕਿਉਂ ਇਹ ਕਿਸਾਨ ਵਿਰੋਧੀ ਬਿੱਲ ਨੇ, ਇਹਦੇ ਵਿੱਚ ਤੁਹਾਨੂੰ ਕਮੀਆਂ ਕੀ ਨਜ਼ਰ ਆ ਰਹੀ? ਪਹਿਲੀ ਗੱਲ ਹੈ ਜਿਹੜੀ ਆਮ ਕਿਸਾਨ ਦੇ ਵਿੱਚ ਹੈ ਕਿ MSP ਖਤਮ ਹੋ ਜੂਗੀ। ਕਿਉਂ ਖਤਮ ਹੋ ਜੂਗੀ? ਕਿਉਂਕਿ ਮਲਟੀਨੈਸ਼ਨਲ ਕੰਪਨੀਆਂ ਨੂੰ, ਕਾਰਪੋਰੇਟ ਹਾਊਸਿਸ ਨੂੰ ਮੰਡੀਆਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ, ਜਿਹੜੇ ਮੰਡੀਆਂ ਵਿੱਚ ਕੋਈ ਟੈਕਸ ਨਹੀਂ ਲੱਗੂਗਾ। ਮਤਲਬ ਕਿ ਜਿਹੜੀ ਸਰਕਾਰੀ ਮੰਡੀ ਜਿੱਥੇ ਟੈਕਸ ਲੱਗਦਾ ਹੈ ਉਹਦੇ ਬਰਾਬਰ ਇਹਨਾਂ ਨੂੰ ਨਵੀਂ ਖੋਲ੍ਹ ਦਿੱਤੀ। ਹੁਣ ਕੀ ਹੋਊਗਾ, 1-2 ਸਾਲ ਤਾਂ ਸ਼ਾਇਦ ਵੱਧ ਰੇਟ ਦੇ ਕੇ ਉਹ ਲੈ ਜਾਣਗੇ ਫਸਲ, ਪਰ ਜਦੋਂ ਲੈ ਗਏ ਲਗਾਤਾਰ ਉਹਦੇ ਬਾਅਦ ਮੰਡੀ ਆਪਣੀ ਸਿਸਟਮ ਖਤਮ ਹੋ ਜਾਊਗਾ। ਤੁਹਾਨੂੰ ਮੈਂ ਪਾਰਲੀਮੈਂਟ 'ਚ ਵੀ ਕਿਹਾ ਸੀ ਕਿ ਪੰਜਾਬ ਦਾ ਮੰਡੀਕਰਨ ਸਿਸਟਮ ਹਿੰਦੁਸਤਾਨ ਨਹੀਂ ਦੁਨੀਆ ਸਭ ਤੋਂ ਬੈਸਟ ਹੈ। ਕਈ ਦੇਸ਼ਾਂ ਨੇ, ਕਈ ਸੂਬਿਆਂ ਨੇ ਪਿਛਲੇ 50 ਸਾਲ ਇੰਡਸਟਰੀ ਨੂੰ ਜ਼ੋਰ ਦਿੱਤਾ ਲਾਉਣ ਵਾਸਤੇ, ਕਈਆਂ ਨੇ ਟੂਰਿਜ਼ਮ ਨੂੰ ਜ਼ੋਰ ਦਿੱਤਾ, ਕਿਸੇ ਨੇ IT ਸੈਕਟਰ ਨੂੰ ਡਿਵੈਲਪ ਕਰਨ ਨੂੰ ਕੀਤਾ। ਪੰਜਾਬ ਨੇ ਸਾਰਾ ਪੈਸਾ ਖੇਤੀ ਨੂੰ ਡਿਵੈਲਪ ਕਰਨ ਵਾਸਤੇ ਲਿੱਤਾ। ਕਿਉਂ? ਕਿਉਂਕਿ ਦੇਸ਼ ਦੇ ਕਿਸਾਨ, ਦੇਸ਼ ਨੂੰ ਅੰਨ ਦੀ ਲੋੜ ਸੀ, ਦੇਸ਼ ਨੂੰ ਰੋਟੀ ਦੀ ਲੋੜ ਸੀ। ਅਸੀਂ ਸਾਰਾ ਕੁਝ, ਆਪਣਾ ਪਾਣੀ ਵੀ ਸੈਕਰੀਫਾਈਸ ਕਰ ਦਿੱਤਾ। ਸੁਖਬੀਰ ਜੀ, ਅਗਲਾ ਸਟੈਪ ਕੀ ਰਹਿਣ ਵਾਲਾ? ਮੇਰੀ ਗੱਲ ਸੁਣੋ, ਪਹਿਲੇ ਜੋ ਕਰ ਦਿੱਤਾ ਇਸ ਲਈ ਕਰ ਦਿੱਤਾ ਕਿਉਂਕਿ ਅਸੀਂ ਦੇਸ਼ ਨੂੰ ਬਚਾਉਣ ਦੀ ਖਾਤਰ ਲੱਗੇ ਰਹੇ, ਸਾਰਾ ਕੁਝ ਕੁਰਬਾਨ ਕਰ ਦਿੱਤਾ। ਅਸੀਂ ਸਾਰਾ ਪੈਸਾ ਇਹ ਜਿਹਾ ਮੰਡੀ ਸਿਸਟਮ ਬਣਾਇਆ ਕਿ 12,000 ਪਿੰਡਾਂ 'ਚ ਸਾਡੇ ਪਿੰਡ ਹੈ, ਤਕਰੀਬਨ 2,000 ਮੰਡੀਆਂ, ਹਰ 6 ਪਿੰਡਾਂ ਬਾਅਦ ਮੰਡੀਆਂ। 20 ਮਿੰਟਾਂ 'ਚ ਤੁਸੀਂ ਮੰਡੀ 'ਚ ਪਹੁੰਚ ਸਕਦੇ ਹੋ। ਤੇ ਫਿਰ ਜੇ 20 ਮਿੰਟਾਂ 'ਚ ਤੁਸੀਂ ਇੱਕ ਮੰਡੀ 'ਚ ਪਹੁੰਚ ਸਕਦੇ ਹੋ ਜਿੱਥੇ ਤੁਹਾਡੀ ਫਸਲ ਵਿਕ ਜਾਂਦੀ ਹੈ ਤੇ ਸ਼ਾਮ ਤੱਕ ਤੁਹਾਨੂੰ ਪੈਸਾ ਆ ਜਾਂਦਾ ਹੈ, ਖਰੀਦ ਹੋ ਜਾਂਦੀ ਹੈ, ਪੈਸਾ ਆ ਜਾਂਦਾ ਹੈ, ਫਿਰ ਤੁਹਾਨੂੰ ਨਵੀਂ ਮੰਡੀ ਲਾਉਣ ਦੀ ਕੀ ਲੋੜ ਹੈ? ਸੋ ਆ ਜਿਹੜੀਆਂ ਗੱਲਾਂ ਸਾਰੀਆਂ ਅਸੀਂ ਸੈਂਟਰ ਨੂੰ ਦੱਸਦੇ ਰਹੇ ਹਾਂ ਤੇ ਸੈਂਟਰ ਦੀ ਗੱਲ ਪੰਜਾਬ ਕੋਲ ਲੈ ਕੇ ਆਇਆ। ਐ ਨਾ ਸੋਚੋ ਕਿ ਅਸੀਂ ਜੇ ਉਹਨਾਂ ਦੀ ਗੱਲ ਕੀਤੀ ਕਿ ਉਹਦਾ ਹਮਾਇਤ ਕੀਤੀ, ਅਸੀਂ ਨਹੀਂ। ਉਹ ਜੋ ਕਹਿਣਾ ਚਾਹੁੰਦੇ ਸੀ, ਜੋ ਉਹਨਾਂ ਦੀ ਮਨਸ਼ਾ ਸੀ, ਅਸੀਂ
ਉਹੀ ਗੱਲ ਵਾਪਸ ਪੰਜਾਬ ਦੀ ਜਨਤਾ ਨੂੰ ਦੱਸ ਲੇਕਿਨ ਰਹੇ। ਕਾਂਗਰਸ ਇਹ ਕਹਿ ਰਹੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਤਾਰੀਫ ਕੀਤੀ, ਉਹਨਾਂ ਦੀ ਵੀਡੀਓ ਸਾਹਮਣੇ ਆਈ। 25 ਸਤੰਬਰ ਨੂੰ ਤੁਹਾਡੀ ਸਟੇਟਮੈਂਟ ਕੁਝ ਹੋਰ ਸੀ, ਹੁਣ ਕੁਝ ਹੋਰ ਹੈ। ਸਟੇਟਮੈਂਟ ਸ਼ੁਰੂ ਤੋਂ ਆਲ ਪਾਰਟੀ ਮੀਟਿੰਗ 'ਚ ਵੀ ਤੇ ਬਾਅਦ 'ਚ ਮੇਰੀ ਸਟੇਟਮੈਂਟ ਇੱਕੋ ਹੀ, ਤੁਸੀਂ ਜਿੰਨੀਆਂ ਸਟੇਟਮੈਂਟ ਤੁਸੀਂ ਦੇਖੋਗੇ ਅਸੀਂ ਕਿਹਾ ਅਸੀਂ ਕਿਸਾਨੀ ਵਾਸਤੇ ਹਰ ਕੁਰਬਾਨੀ ਦੇਵਾਂਗੇ। ਅਸੀਂ ਆਹ ਵੀ ਕਿਹਾ ਕਿ MSP ਨਹੀਂ ਟੁੱਟਣ ਦੇਵਾਂਗੇ। ਤੁਸੀਂ ਦੇਖਿਆ ਮੇਰੀ ਹਰ ਤੁਸੀਂ ਪ੍ਰੈਸ ਕਾਨਫਰੰਸ ਦੇਖ ਲਓ ਕਿ MSP ਜੇ ਟੁੱਟੂਗੀ ਤਾਂ ਸਭ ਤੋਂ ਪਹਿਲੇ ਅੱਗੇ ਹੋ ਕੇ ਮੈਂ ਕੁਰਬਾਨੀ ਦਊਂਗਾ। ਸਾਡਾ ਸਟੈਂਡ ਆ ਕਲੀਅਰ ਸੀ, ਹਾਲੇ ਵੀ ਕਲੀਅਰ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਵੀ ਕਲੀਅਰ ਸਟੈਂਡ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੋ ਆਰਡੀਨੈਂਸ ਹੈ ਉਹਦੇ ਬਾਰੇ ਇਸ ਲਈ ਕਿਹਾ ਸੀ ਕਿ ਜੋ ਇਹਦੇ 'ਚ ਕਮੀਆਂ ਸਾਨੂੰ ਦੱਸੋ, ਕਿਉਂਕਿ ਸਾਨੂੰ ਉਮੀਦ ਸੀ ਕਿ ਇਹਨਾਂ ਨੇ ਸਾਡੀ ਗੱਲ ਮੰਨ ਕੇ ਤੇ ਕਿਹਾ ਸੀ ਸਾਨੂੰ ਕਿ ਆਹ ਗੱਲ ਮੰਨ ਕੇ ਤੁਸੀਂ ਦੱਸ ਦਿਓ, ਅਸੀਂ ਪੂਰਾ ਪਾ ਦਾਂਗੇ। ਪਰ ਜਦੋਂ ਉਹਨਾਂ ਨੇ ਪਾਈਆਂ ਨਹੀਂ ਚੀਜ਼ਾਂ, ਉਵੇਂ ਹੀ ਆਰਡੀਨੈਂਸ ਲਿਆਏ। ਅਸੀਂ ਅਖੀਰ 'ਚ ਤੁਸੀਂ ਯਾਦ ਹੋਣਾ ਅਸੀਂ ਕਿਹਾ ਸੀ ਕਿ ਤੁਸੀਂ ਜਦੋਂ ਐਕਟ ਅਸੈਂਬਲੀ ਪਾਰਲੀਮੈਂਟ ਸੈਸ਼ਨ ਆਇਆ, ਅਸੀਂ ਕਿਹਾ ਸੀ ਸਾਡੀ ਪਾਰਟੀ ਨੇ ਚਲੋ ਐਂ ਕਰੋ ਇਹਨੂੰ ਅੱਗੇ ਪਾ ਦਿਓ, ਘੱਟ ਤੋਂ ਘੱਟ ਹੋਰ ਟਾਈਮ ਦੇ ਦਈਏ ਸਰਕਾਰ ਨੂੰ ਕਿ ਆਪਾਂ ਐਕਟ ਬਣਾ ਦੇਣ। ਅਸੀਂ ਆਹ ਵੀ ਕਿਹਾ ਸੀ ਚਲੋ ਜੇ ਐਕਟ ਨਹੀਂ ਹੋ ਪਾਉਣਾ ਤੁਸੀਂ ਪਾਰਲੀਮੈਂਟ ਦੀ ਸਿਲੈਕਟ ਕਮੇਟੀ ਨੂੰ ਦੇ ਦਿਓ, ਸੋ ਦੈਟ ਉੱਥੇ ਪਾਰਲੀਮੈਂਟ ਮੈਂਬਰ ਵੱਖ-ਵੱਖ ਜਥੇਬੰਦੀਆਂ ਨੂੰ ਗੱਲ ਕਰਕੇ ਉਹਨਾਂ ਦੇ ਵਿਊਜ਼ ਲੈ ਕੇ ਤੇ ਚੇਂਜਸ ਲਿਆਉਣਗੇ। ਪਰ ਨਾ ਸਿਲੈਕਟ ਕਮੇਟੀ 'ਚ ਪਾਇਆ, ਨਾ ਉਹ ਅੱਗੇ ਪਾਇਆ। ਫਿਰ ਸਾਡਾ ਅਸੀਂ ਕਲੀਅਰ ਕਰਤਾ ਸੀ ਕਿ ਜੇ ਅਸੀਂ ਕਿਸਾਨਾਂ ਦੀ ਜੋ ਇੱਛਾ ਹੈ, ਸਾਡੀ ਪਾਰਟੀ ਨੇ ਸਦਾ ਕੁਰਬਾਨੀ ਦਿੱਤੀ ਕਿਸਾਨੀ ਵਾਸਤੇ, ਅਸੀਂ ਸਪੋਰਟ ਕਰ ਸਕਦੇ। ਤੇ ਸ਼ਰੇਆਮ ਅਸੀਂ ਐਲਾਨ ਕੀਤਾ ਸੀ, ਕੋਈ ਪਿੱਠ ਕਰਕੇ ਨਹੀਂ ਐਲਾਨ ਕੀਤਾ। ਅਸੀਂ ਵਿਪ ਜਾਰੀ ਕੀਤੀ, ਅਸੀਂ ਕਿਹਾ ਅਸੀਂ ਵੋਟ ਪਾਵਾਂਗੇ, ਉਲਟ ਪਾਵਾਂਗੇ, ਸ਼ਰੇਆਮ ਪਾਈ ਤੇ ਉਸੇ ਟਾਈਮ ਅਸੀਂ ਅਸਤੀਫਾ ਵੀ ਦਿੱਤਾ। ਜਿਹੜੀ ਕਾਂਗਰਸ ਦੀ ਗੱਲ ਕਰ ਰਹੇ ਹੋ, ਸੱਤਾ ਤੋਂ ਤੁਸੀਂ ਕੁਰਬਾਨੀ ਦੇ ਦਿੱਤੀ, ਕਿ NDA ਤੋਂ ਵੀ ਕੁਰਬਾਨੀ ਹੋਏਗੀ, ਕਿ ਅਕਾਲੀ ਦਲ ਹੁਣ ਵੱਖਰੇ ਰਾਹ ਚੱਲੇਗਾ? ਜੋ ਅੱਗੇ ਹੋਣਾ ਹੈ ਉਹ ਸਾਡੀ ਪਾਰਟੀ ਫੈਸਲਾ ਕਰੂਗੀ। ਸਾਡੇ ਚੀਜ਼ 'ਚ ਜੋ ਵੀ ਫੈਸਲਾ ਹੁੰਦਾ ਪਾਰਟੀ ਕਰਦੀ ਹੈ। ਪਰ ਮੈਂ ਤੁਹਾਡੇ ਚੈਨਲ ਨਾਲ ਇੱਕ ਜ਼ਰੂਰ ਕਰਨਾ ਚਾਹਣਾ, ਮੈਂ ਕਾਂਗਰਸ ਪਾਰਟੀ ਦੀ ਸੋਚ ਤੇ ਹੈਰਾਨ ਹਾਂ। ਮੈਂ ਸਾਰੀ ਜਥੇਬੰਦੀਆਂ ਨੂੰ, ਕਿਸਾਨ ਜਥੇਬੰਦੀ, ਸਾਰੇ ਕਿਸਾਨਾਂ ਨੂੰ, ਕਿਸਾਨ ਚਾਹੁੰਦੇ ਸੀ ਕਿ ਜਿਹੜੇ ਸਾਡੇ ਹਮਦਰਦ MP ਹੈ ਉਹ ਉੱਥੇ ਬਹਿ ਕੇ ਵੋਟ ਠੋਕ ਕੇ ਖਿਲਾਫ ਬਿੱਲ ਦੇ ਪਾਉਣ। ਪਹਿਲੇ ਦਿਨ ਜੋ ਬਿੱਲ ਆਇਆ ਕੱਲਾ ਸ਼੍ਰੋਮਣੀ ਅਕਾਲੀ ਦਲ ਸੀ ਜਿਹਨੇ ਠੋਕ ਕੇ ਬਿੱਲ ਤੇ ਵੋਟ ਖਿਲਾਫ ਪਾਈ। ਕਾਂਗਰਸ ਤੇ ਉਦੋਂ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਉੱਥੋਂ ਪਹਿਲੇ ਹੀ ਵਾਕਆਊਟ ਕਰ ਗਏ ਸੀ। ਕੱਲ ਜਦੋਂ ਦੂਜੇ ਬਿੱਲ ਆਏ, ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਫੋਂ ਅਸੀਂ ਠੋਕ ਕੇ ਉੱਥੇ ਵੋਟ ਉਲਟ ਪਾਈ। ਕਾਂਗਰਸ ਦੇ ਫਿਰ ਵੀ ਦੂਜੀ ਵਾਰ ਵੀ ਸਾਰੇ MP ਵਾਕਆਊਟ ਕਰ ਗਏ। ਕਾਂਗਰਸ ਨੇ ਕਿਉਂ ਵਾਕਆਊਟ ਕੀਤਾ? ਵਾਕਆਊਟ ਦਾ ਮਤਲਬ ਕੀ ਹੁੰਦਾ ਕਿ ਤੁਸੀਂ ਸਰਕਾਰ ਨੂੰ ਮਦਦ ਕਰੋ ਬਿੱਲ ਪਾਸ ਕਰਨ ਦੀ। ਜੇ ਉਹਨਾਂ ਦੇ ਵਿਰੋਧ ਸੀ, ਬਹਿੰਦੇ, ਹਾਰ ਜਿੱਤ ਤਾਂ ਹੁੰਦੀ ਰਹਿੰਦੀਆਂ, ਬਹਿੰਦੇ ਤੇ ਠੋਕ ਕੇ ਵੋਟ ਉਲਟ ਪਾਉਂਦੇ। ਕਿਉਂ ਬਿੱਟੂ ਜਿਹੜਾ ਬੋਲਦਾ ਸੀ ਤੇ ਭੱਜ ਗਏ, ਉਹਦੇ ਬਾਅਦ ਦਿਖਾਈ ਨਹੀਂ ਦਿੱਤਾ ਵੋਟ ਕੇ, ਸਾਰੇ MP ਬੋਲ ਕੇ ਭੱਜ ਗਏ। ਕਿਉਂ? ਉਹਨਾਂ ਦੀ ਸਹਿਮਤੀ ਸਰਕਾਰ ਨਾਲ ਸੀ। ਕਿਉਂਕਿ ਜਿਹੜਾ ਬਿੱਲ ਅੱਜ ਪਾਸ ਹੋਇਆ ਕਾਂਗਰਸ ਦੀ ਸੋਚ ਵੀ ਉਹੀ ਹੈ। ਆਹ ਕਾਂਗਰਸ ਦਾ ਮੈਨੀਫੈਸਟੋ ਕੈਪਟਨ ਆਪਣਾ ਰਾਹੁਲ ਗਾਂਧੀ ਦਾ 1 ਸਾਲ ਪਹਿਲੇ ਜੋ ਪਾਰਲੀਮੈਂਟ ਦੇ ਇਲੈਕਸ਼ਨ ਹੋਏ, ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ, 2019 ਦਾ ਚੋਣ ਦਾ ਮੈਨੀਫੈਸਟੋ ਹੈ ਰਾਹੁਲ ਗਾਂਧੀ ਦਾ। ਆਹ ਦੇਖੋ ਮੈਨੀਫੈਸਟੋ 'ਚ ਉਹਨੇ ਲਿਖਿਆ ਹੈ, ਆਹ ਜਿਹੜਾ ਮੈਨੀਫੈਸਟੋ ਵਿੱਚ ਮੈਂ ਪਾਰਲੀਮੈਂਟ ਵੀ ਦਿਖਾਇਆ ਕਿ ਲਿਖਿਆ ਆਹ ਜਿਹੜੇ ਐਕਟ ਬਣਾਏ ਗਏ ਅੱਜ ਮੋਦੀ ਸਾਹਿਬ ਨੇ, ਆਹ ਸਾਰੇ ਐਕਟ ਕਿਹਾ ਕਾਂਗਰਸ ਨੇ ਆਪਣੇ ਚੋਣ ਪੱਤਰ ਰਾਹੁਲ ਨੇ ਅਸੀਂ ਬਣਾਵਾਂਗੇ। ਆਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਬੋਲਦੇ ਆ, ਆਹ ਉਹਨਾਂ ਦਾ ਚੋਣ ਪੱਤਰ ਹੈ ਜਿੱਥੇ ਉਹਨਾਂ ਨੇ ਝੂਠੀਆਂ ਸਹੁੰ ਖਾ ਕੇ ਅੱਜ ਉਹਦਾ ਐਲਾਨ ਕੀਤਾ। ਇਹ 2017 ਦੀ ਗੱਲ ਕਰ ਰਹੇ ਵਿਧਾਨ ਸਭਾ ਦਾ, ਜਿੱਥੇ ਉਹਨਾਂ ਨੇ ਕਿਹਾ ਤਿੰਨੇ ਐਕਟ ਜਿਹੜੇ ਹੈਗੇ ਉਹਨੇ ਕਿਹਾ ਕਿ ਅਸੀਂ ਲਾਗੂ ਕਰਾਂਗੇ, ਅਸੀਂ ਪ੍ਰਾਈਵੇਟ ਮੰਡੀਆਂ ਬਣਾਵਾਂਗੇ, ਸਾਰਾ ਕੁਝ ਕਰਾਂਗੇ। ਜਦੋਂ ਸਰਕਾਰ ਬਣੀ, ਘਰ ਨੌਕਰੀ ਤਾਂ ਕੀ ਦੇਣੀ ਸੀ, ਕਰਜ਼ੇ ਤਾਂ ਸਾਰੇ ਕੀ ਮਾਫ ਕਰਨੇ ਸੀ, ਇੱਕੋ ਹੀ ਕੰਮ ਕੀਤਾ ਕੈਪਟਨ ਨੇ। ਆ ਤਿੰਨੇ ਐਕਟ ਜਿਹੜੇ ਅੱਜ ਪੰਜਾਬ 'ਚ ਹੈ ਔਰ ਜਿਹੜੇ ਪੰਜਾਬ 'ਚ ਲਾਗੂ ਕੀਤੇ, ਪੰਜਾਬ ਦਾ ਕਾਨੂੰਨ ਹੈ, ਸੈਂਟਰ ਨੇ ਤਾਂ ਕੱਲ ਬਣਾਇਆ, ਪੰਜਾਬ ਨੇ 3 ਸਾਲ ਪਹਿਲੇ ਬਣਾਇਆ। ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ, ਜਾਖੜ ਸਾਹਿਬ ਬੋਲਦੇ ਆ, ਜਿੰਨੇ ਇਹਨਾਂ ਦੇ MP ਬੋਲਦੇ, ਮੈਂ ਕੱਲ ਵੀ ਕਿਹਾ ਸੀ, ਮੈਂ ਕਿਹਾ ਤੁਸੀਂ ਇੱਥੇ ਕਿੰਨੇ ਐਕਟ ਦੇ ਖਿਲਾਫ ਬੋਲੀ ਜਾਂਦੇ ਹੋ, ਆਹ ਕਿਉਂ ਤੁਸੀਂ ਪਾਸ ਕੀਤਾ? ਕੈਪਟਨ ਸਾਹਿਬ ਤੁਸੀਂ ਜਵਾਬ ਦਿਓ। ਮੈਂ ਆਲ ਪਾਰਟੀ ਮੀਟਿੰਗ ਜੋ ਕੈਪਟਨ ਸਾਹਿਬ ਦੀ ਮੀਟਿੰਗ ਸੀ ਉੱਥੇ ਵੀ ਮੈਂ ਕਿਹਾ ਸੀ, ਮੈਂ ਕੈਪਟਨ ਸਾਹਿਬ ਨੂੰ ਕਿਹਾ, ਮੈਂ ਕਿਹਾ ਤੁਸੀਂ ਸੈਂਟਰ ਦੇ ਆਰਡੀਨੈਂਸ ਦੇ ਖਿਲਾਫ ਬੋਲ ਰਹੇ ਹੋ, ਪਹਿਲੇ ਤੁਸੀਂ ਆਹ ਦੱਸੋ ਕਿ ਤੁਸੀਂ ਕਿਉਂ ਪਾਸ ਕੀਤਾ। ਮੈਨੂੰ ਉਹਨਾਂ ਜਵਾਬ ਦੱਸਿਆ ਰਿਕਾਰਡ 'ਚ, ਕਹਿੰਦਾ ਜੋ ਮੈਂ ਕਰਨਾ ਸੀ ਮੈਂ ਕਰਤਾ। ਇਹਦਾ ਮਤਲਬ ਜੋ ਤੁਸੀਂ ਕਰੋਗੇ ਕਰਤਾ, ਕਦੇ ਭੱਜ ਜਾਓਗੇ। ਲੇਕਿਨ ਸੁਖਬੀਰ ਜੀ 2022 'ਚ ਕੀ, ਕਿਉਂਕਿ ਬਲਵਿੰਦਰ ਸਿੰਘ ਭੁੰਦੜ ਹੋਰੀ ਕਹਿ ਰਹੇ ਨੇ ਕਿ ਸਾਨੂੰ BJP ਦੀ ਵਿਸਾਖੀਆਂ ਦੀ ਜ਼ਰੂਰਤ ਨਹੀਂ ਹੈ, ਇਕੱਲੇ ਚੋਣ ਲੜਨ ਦਾ ਮੱਦਾ ਰੱਖਦੇ ਹੋ, ਇਸ ਕਰਕੇ ਕਹਿ ਰਹੇ ਕਿਉਂਕਿ
ਬੀਜੇਪੀ ਅਸ਼ਵਨੀ ਸ਼ਰਮਾ ਹੋਰੀ ਕਹਿ ਰਹੇ ਕਿ 117 ਦੀਆਂ 117 ਸੀਟਾਂ ਤੇ ਬੂਥ ਲੈਵਲ ਤੇ ਆਪਣਾ ਜਿਹੜਾ ਵਰਕਰ ਮਜ਼ਬੂਤ ਕਰ ਰਹੇ। ਸੀ ਹਰ ਪਾਰਟੀ ਨੂੰ ਹੱਕ ਹੈ ਆਪਣੀ ਮਜ਼ਬੂਤੀ ਕਰਨ ਦਾ, ਕਿ ਹਰ ਪਾਰਟੀ ਕਰੇ, ਚਾਹੀਦਾ ਹੈ। ਅਸੀਂ ਵੀ ਕਰ ਰਹੇ ਹਾਂ, ਵੀ ਕਰ ਰਹੇ ਹਾਂ, ਕੋਈ ਵੀ ਪਾਰਟੀ ਦਾ ਹੱਕ ਹੈ। ਸੋ ਇਹਦੇ 'ਚ ਕੋਈ ਗਲਤੀ ਨਹੀਂ ਹੈ ਕਿ ਜੇ ਬੀਜੇਪੀ ਆਪਣੇ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ, ਉਹਦਾ ਉਹਨਾਂ ਦਾ ਹੱਕ ਹੈ। ਇਹ ਸਵਾਲ ਇਸ ਕਰਕੇ ਵੀ ਵਰਕਰ ਵੀ ਜਾਣਨਾ ਚਾਹੁੰਦੇ ਔਰ ਹਰਿਆਣਾ 'ਚ ਅਸੀਂ ਦੇਖਿਆ, ਹਰਿਆਣਾ 'ਚ ਵੱਖਰੇ ਹੋਏ, ਦਿੱਲੀ 'ਚ ਵੱਖਰੇ ਹੋਏ, ਤਾਂ ਕੀ ਪੰਜਾਬ 'ਚ ਅਕਾਲੀ ਦਲ ਦੇ ਵਰਕਰ ਵੱਖਰੇ ਤੌਰ ਤੇ ਤਿਆਰੀ ਕਰਨ ਜਾਂ ਬੀਜੇਪੀ ਨੂੰ ਤੁਸੀਂ ਕੋਈ ਮੌਕਾ ਦਿਓਗੇ ਕਿ ਨਾਲ ਹੀ ਚੱਲਣ? ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹਣਾ। ਜਿਵੇਂ ਮੈਂ ਕਿਹਾ ਕਿ ਅਸੀਂ ਅਸਤੀਫਾ ਦਿੱਤਾ ਹੈ, ਉਹਦੇ ਬਾਅਦ ਅਗਲੀ ਰਣਨੀਤੀ ਤਾਂ ਪਾਰਟੀ ਦੀ ਕੋਰ ਕਮੇਟੀ ਡਿਸਾਈਡ ਕਰੇਗੀ। ਐਨਡੀਏ ਦਾ ਹਿੱਸਾ ਤਾਂ ਹੈ, ਅਕਾਲੀ ਦਲ ਐਨਡੀਏ ਦਾ ਹਿੱਸਾ ਮੈਂ ਵੀ ਹੈ। ਕਹਿਣਾ ਚਾਹਣਾ ਹੈ ਕਿ ਅਗਲਾ ਜਿਹੜਾ ਸਾਡਾ ਸਟੈਂਡ ਹੈ ਉਹ ਅਸੀਂ ਸਾਡੀ ਪਾਰਟੀ ਫੈਸਲਾ ਕਰੂਗੀ। ਮੈਂ ਨਹੀਂ ਕਰਦਾ ਫੈਸਲਾ, ਸਾਰਾ ਕਲੈਕਟਿਵ ਫੈਸਲਾ ਹੁੰਦਾ ਸਾਡੀ ਪਾਰਟੀ। ਇੱਕ ਸਵਾਲ ਹੋਰ, ਕਿਉਂਕਿ ਤੁਸੀਂ ਕਿਸਾਨਾਂ ਲਈ ਸੱਤਾ ਦੀ ਕੁਰਬਾਨੀ ਦਿੱਤੀ, ਤਾਂ ਕਾਂਗਰਸ ਇਹ ਕਹਿ ਰਹੀ ਕਿ ਅਸੀਂ ਧਰਨਿਆਂ ਤੇ ਆਵਾਂਗੇ, ਦਿੱਲੀ ਆਵਾਂਗੇ। ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਕਿਸਾਨ ਦਿੱਲੀ ਚੱਲਣ, ਅਸੀਂ ਨਾਲ ਬੈਠਾਂਗੇ। ਤਾਂ ਕੀ ਅਕਾਲੀ ਦਲ ਦੇ ਲੀਡਰ ਜਾਂ ਤੁਸੀਂ ਵੀ ਦਿੱਲੀ ਆ ਕੇ ਬੈਠੋਗੇ, ਧਰਨਿਆਂ 'ਚ ਕਿਸਾਨਾਂ ਦੇ ਨਾਲ ਸ਼ਾਮਲ ਹੋਵੋਗੇ? ਅਸੀਂ ਕਿਸਾਨੀ ਵਾਸਤੇ ਕੁਝ ਵੀ ਕੁਰਬਾਨ ਕਰ ਸਕਦੇ ਹਾਂ। ਪਹਿਲੀ ਗੱਲ, ਅਸੀਂ ਜੋ ਕੀਤਾ ਕੋਈ ਕੁਰਬਾਨੀ ਨਹੀਂ ਕੀਤੀ, ਗਲਤ ਹੈ। ਅਸੀਂ ਆਪਣਾ ਫਰਜ਼ ਅਦਾਇਆ ਹੈ। ਅਸੀਂ ਕਿਸਾਨ ਦੀ ਜਥੇਬੰਦੀ ਹੈ, ਪੰਥ ਦੀ ਜਥੇਬੰਦੀ ਹੈ, ਪੰਜਾਬ ਦੀ ਆਵਾਜ਼ ਹੈ, ਇਤਿਹਾਸ ਹੈ ਅਕਾਲੀ ਦਲ ਦਾ। ਅਸੀਂ ਕੋਈ ਕੁਰਬਾਨੀ ਤਾਂ ਬਹੁਤ ਵੱਡੀ ਦਿੱਤੇ ਜਾਣਗੇ ਕੇਂਦਰ ਦੇ ਖਿਲਾਫ। ਜੋ ਵੀ ਫੈਸਲਾ ਕਰੂਗਾ, ਜੋ ਨੈਕਸਟ ਐਕਸ਼ਨ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਡਿਸਾਈਡ। ਲੇਕਿਨ ਬੀਜੇਪੀ ਸ਼ਲਾਘਾ ਕਰ ਰਹੀ, ਬੀਜੇਪੀ ਕਹਿ ਰਹੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਏਗੀ, ਕਿਸਾਨਾਂ ਨੂੰ ਬਹੁਤ ਫਾਇਦਾ ਹੋਏਗਾ। ਕਿਵੇਂ ਦੇਖਦੇ ਹੋ ਜਦੋਂ ਬੀਜੇਪੀ ਇਹ ਸਾਰੀਆਂ ਗੱਲਾਂ ਕਹਿ ਰਹੀ ਹੈ ਔਰ ਦੂਜੇ ਪਾਸੇ ਕਿਸਾਨ ਕਹਿ ਰਹੇ ਨੇ, ਬਾਕੀ ਪਾਰਟੀਆਂ ਕਹਿ ਰਹੀਆਂ ਕਿ ਕਿਸਾਨ ਵਿਰੋਧੀ ਫੈਸਲੇ ਲਿੱਤੇ ਗਏ? ਮੈਨੂੰ ਲੱਗਦਾ ਕਿਸਾਨ ਵਿਰੋਧੀ ਫੈਸਲੇ ਲਿੱਤੇ ਗਏ ਸੀ। ਮੈਂ ਉਹਨਾਂ ਦੀ, ਉਹ ਹਰ ਪਾਰਟੀ ਦੀ ਆਪਣੀ ਸੋਚ ਹੁੰਦੀ ਹੈ, ਮੈਂ ਉਹਨਾਂ ਦੀ ਸੋਚ ਬਾਰੇ ਕੁਝ ਨਹੀਂ ਕਹਿ ਸਕਦਾ, ਕਿਉਂਕਿ ਆ ਉਹਨਾਂ ਦੀ ਸੋਚ ਹੈ, ਸਾਡੀ ਕਲੀਅਰ ਸੋਚ ਹੈ, ਕਿਉਂਕਿ ਅਸੀਂ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ। ਮੈਂ ਆਪ ਕਿਸਾਨ ਹਾਂ। ਬਾਦਲ ਸਾਹਿਬ ਹਲੇ ਵੀ, ਅੱਜ ਵੀ ਸਾਡੀ ਜਿੰਨੀ ਖੇਤੀ ਜ਼ਮੀਨ ਜੇ ਸੰਭਾਲਦੇ ਹੈ ਤੇ ਖੇਤੀ ਕਰਾਉਂਦੇ ਆ, ਤੇ ਵੱਡੇ ਬਾਦਲ ਸਾਹਿਬ ਕਰਾਉਂਦੇ ਆ, 94 ਸਾਲ ਦੀ ਉਮਰ 'ਚ ਵੀ ਕਰਾਉਂਦੇ ਆ। ਲੇਕਿਨ ਭਗਵੰਤ ਮਾਨ ਹੋਰੀ ਕਹਿ ਰਹੇ ਯੂ ਟਰਨ ਲਿਆ ਲਿੱਤਾ ਭਗਵੰਤ ਮਾਨ ਹਰੀ ਇਸ ਤਰੀਕੇ। ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹਣਾ। ਅਸੀਂ ਐਂਡ ਰਿਜ਼ਲਟ ਦੇਖੋ, ਅਸੀਂ ਜੇ ਖੜੇ ਹਾਂ ਤਾਂ ਠੋਕ ਕੇ ਖੜੇ ਹਾਂ ਕਿਸਾਨਾਂ ਦੇ ਨਾਲ, ਖੜਦੇ ਰਹਾਂਗੇ। ਕੋਈ ਸਾਨੂੰ ਕੋਈ ਲਾਲਚ ਨਹੀਂ ਹੈ। ਜੇ ਸਾਨੂੰ ਸੱਤਾ ਦੀ ਲਾਲਚ ਹੁੰਦੀ ਤੇ 16 ਸਾਲ ਬਾਦਲ ਸਾਹਿਬ ਨੇ ਜੇਲ੍ਹਾਂ 'ਚ ਨਹੀਂ ਜਾਣਾ ਸੀ। ਸਾਨੂੰ ਬੜੀ ਵਾਰ ਆਫਰ ਆਏ ਹੈ ਕਿ ਤੁਹਾਨੂੰ ਚੀਫ ਮਿਨਿਸਟਰ ਲਗਾਤਾਰ ਬਣਾ ਕੇ ਰੱਖਾਂਗੇ। ਕਿੰਨਾ ਵੱਲੋਂ ਆਫਰ ਸੀਗੇ? ਨਹੀਂ, ਮੈਂ ਪਹਿਲੇ ਗੱਲਾਂ ਕਰਦਾ। ਮੈਂ ਜਦੋਂ ਬਾਦਲ ਸਾਹਿਬ ਦੇ ਟਾਈਮ ਤੁਸੀਂ ਕਹਿੰਦਾ ਐਮਰਜੈਂਸੀ ਦੇ ਖਿਲਾਫ ਨਾ ਲੜੋ, ਕਿਸਾਨੀ ਦੇ ਖਿਲਾਫ ਹੱਕ 'ਚ ਨਾ ਲੜੋ, ਪਰ ਅਸੀਂ ਪਰਵਾਹ ਨਹੀਂ ਕੀਤੀ ਨਾ। ਆ ਸਾਡਾ ਵਿਰਸੇ ਸਾਨੂੰ ਮਿਲਿਆ, ਤਾਈਓ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ। ਸ਼ਹੀਦਾਂ ਦੀ ਜਥੇਬੰਦੀ ਹਿੰਦੁਸਤਾਨ ਦੱਸੋ ਕਿਹੜੀ ਪਾਰਟੀ ਨੂੰ ਕਿਹਾ ਜਾਂਦਾ? ਕੱਲੀ ਸ਼੍ਰੋਮਣੀ ਅਕਾਲੀ ਦਲ ਨੂੰ। ਕਿਉਂਕਿ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ? ਆਪਣੀ ਜਾਨ ਵੀ ਵਾਰ ਸਕਦਾ ਹੈ, ਆਪਣੇ ਪੰਜਾਬੀਆਂ ਵਾਸਤੇ, ਕਿਸਾਨ ਵਾਸਤੇ, ਗਰੀਬ ਵਾਸਤੇ, ਸਾਰਿਆਂ ਵਾਸਤੇ। ਜਾਂਦੇ ਜਾਂਦੇ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਕਿਸਾਨਾਂ ਨੂੰ ਕਹਿਣਾ ਚਾਹਣਾ, ਅਸੀਂ ਕਿਸਾਨਾਂ ਦੇ ਨਾਲ ਹਾਂ। ਜੋ ਵੀ ਕੁਰਬਾਨੀ ਦੇਣੀ ਪਈ, ਮੈਂ ਲਗਾਤਾਰ 2 ਮਹੀਨੇ ਤੋਂ ਕਹਿ ਰਿਹਾ, ਅਸੀਂ ਦੇਵਾਂਗੇ। ਨਾ MSP ਖਤਮ ਹੋਣ ਦੇਵਾਂਗੇ, ਭਾਵੇਂ ਜਾਨ ਜਾਣੀ ਪਏ। ਤਾਂ ਸੁਖਬੀਰ ਸਿੰਘ ਬਾਦਲ ਹੋਰੀ ਵੱਡੀ ਸਟੇਟਮੈਂਟ ਦੇ ਰਹੇ ਨੇ ਔਰ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਐਨਡੀਏ 'ਚ ਕੋ ਰਹਿਣਾ ਜਾਂ ਨਹੀਂ ਰਹਿਣਾ ਇਹ ਪਾਰਟੀ ਤੈਅ ਕਰੇਗੀ, ਲੇਕਿਨ ਸੱਤਾ ਤੋਂ, ਕਿਉਂਕਿ ਕਿਸਾਨਾਂ ਦੇ ਲਈ ਸੱਤਾ ਤੋਂ ਬਾਹਰ ਹੋਣਾ ਜ਼ਰੂਰੀ ਸੀਗਾ ਔਰ ਇਸੇ ਕਰਕੇ ਇਸਤੀਫਾ ਜਿਹੜਾ ਉਹ ਦਿੱਤਾ ਗਿਆ। ਕੈਮਰਾਮੈਨ ਰਜਿੰਦਰ ਦੇ ਨਾਲ ਪੰਕਜ ਪਈ, ਨਿਊਜ਼ 18 ਦਿੱਲੀ।